ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਆਓ ਆਪਾਂ ਰਲ ਮਿਲ ਕੇ ਭਗਤ ਕਬੀਰ ਜੀ ਦੇ ਜੀਵਨ ਬਾਰੇ ਜੀਵਨ ਸਾਖੀ ਜੋ ਆਰੰਭ ਕਰੀਏ, ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ। ਜੋ ਭਗਤ ਜੀ ਦੀ ਜੀਵਨ ਸਾਖੀ ਆਰੰਭ ਕਰਨ ਤੋਂ ਪਹਿਲਾਂ ਵਿਚਾਰ ਕੀਤੀ ਸੀ ਕਿ ਭਗਤ ਜੀ ਦੇ ਆਉਣ ਤੋਂ ਪਹਿਲਾਂ ਹਿੰਦੂ ਮਤ ਅਤੇ ਇਸਲਾਮ ਮਤ ਨੇ ਕੀ ਭੂਮਿਕਾ ਨਿਭਾਈ ਸੀ। ਸੋ ਹੁਣ ਆਪਾਂ ਭਗਤ ਜੀ ਦੇ ਜਨਮ ਦੇ ਸੰਬੰਧ ਵਿੱਚ, ਉਹਨਾਂ ਦੇ ਅਵਤਾਰ ਦੇ ਸੰਬੰਧ ਵਿੱਚ ਕੁਝ ਵਿਚਾਰ ਕਰਾਂਗੇ। ਇਤਿਹਾਸਕਾਰਾਂ ਨੇ ਕਈ ਭੁਲੇਖੇ ਵਾਲੀਆਂ ਜੋ ਕਹਾਣੀਆਂ ਵੀ ਬਣਾਈਆਂ ਹਨ, ਲਿਖੀਆਂ ਹਨ, ਉਹਨਾਂ ਬਾਰੇ ਵੀ ਕੁਝ ਵਿਚਾਰ ਕਰੀਏ। ਸਤਿਗੁਰੂ ਕਿਰਪਾ ਕਰਨ, ਸਮੱਤ ਬਖਸ਼ਣ। ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਸਮਾਂ ਮਿਲਦਾ ਕਿ ਆਪਾਂ ਵਿਚਾਰ ਕਰਦੇ ਰਹਾਂਗੇ। ਸੋ ਦੱਸਦੇ ਹਨ ਕਿ ਕਈ ਗ੍ਰੰਥਾਂ ਵਿੱਚ ਕਬੀਰ ਜੀ ਦੇ ਜਨਮ ਤੇ ਅਸਲ ਮਾਂ ਬਾਪ ਬਾਰੇ ਭੁਲੇਖੇ ਵਾਲੀਆਂ ਅਚਰਜ ਕਥਾਵਾਂ ਵੀ ਮਿਲੀਆਂ ਹਨ, ਲਿਖੀਆਂ ਮਿਲਦੀਆਂ ਹਨ। ਜਿਵੇਂ ਦੱਸਦੇ ਹਨ ਕਿ ਭਗਤ ਕਬੀਰ ਜੀ ਨੂੰ ਜਨਮ ਸਮੇਂ, ਜਨਮ ਹੋਣ ਤੋਂ ਬਾਅਦ ਕੋਈ ਤਲਾਅ ਦੇ ਕਿਨਾਰੇ ਛੱਡ ਗਿਆ। ਉਹ ਭਗਤ ਕਬੀਰ ਜੀ ਦੇ ਪਿਤਾ ਨੀਰੂ ਜੀ ਬਾਲਕ ਨੂੰ ਉਠਾ ਕੇ ਆਪਣੇ ਘਰ ਲੈ ਗਏ ਤੇ ਭਗਤ ਜੀ ਦੀ ਮਾਤਾ ਨੀਮਾ ਜੀ ਨੇ ਉਸ ਦੀ ਪਾਲਣਾ ਪੋਸ਼ਣਾ ਕੀਤੀ, ਆਪਣਾ ਪੁੱਤਰ ਬਣਾ ਕੇ ਉਸ ਦੀ ਸੇਵਾ ਕੀਤੀ, ਸਾਂਭ ਸੰਭਾਲ ਕੀਤੀ। ਸੋ ਦੱਸਦੇ ਹਨ ਕਿ ਜਿਵੇਂ ਨੀਰੂ ਤੇ ਨੀਮਾ ਨੂੰ ਤਲਾਅ ਦੇ ਕਿਨਾਰਿਓਂ ਕਬੀਰ ਬਾਲਕ ਦਾ ਲੱਭਣਾ ਤੇ ਇਸ ਨੂੰ ਪਾਲਣਾ। ਦੂਸਰਾ ਇਹ ਵੀ ਦੱਸਦੇ ਹਨ ਕਿ ਰਾਮਾਨੰਦ ਦਾ ਬ੍ਰਾਹਮਣ ਦੀ ਵਿਧਵਾ ਕੰਨਿਆ ਨੂੰ ਪੁੱਤਰ ਵਰ ਦੇਣਾ। ਇਹ ਵੀ ਨਾਲ ਇੱਕ ਕਹਾਣੀ ਜੋੜੀ ਗਈ ਕਿ ਉਸ ਬਾਲਕ ਦਾ ਜਨਮ ਜੋ ਰਾਮਾਨੰਦ ਜੀ ਨੇ ਬ੍ਰਾਹਮਣ ਦੀ ਵਿਧਵਾ ਕੰਨਿਆ ਨੂੰ ਵਰ ਦਿੱਤਾ ਸੀ ਕਿ ਤੇਰੇ ਘਰ ਪੁੱਤਰ ਹੋਵੇਗਾ, ਪਰ ਉਹ ਵਿਧਵਾ ਸੀ। ਕਹਿੰਦੇ ਹਨ ਕਿ ਉਸ ਵਰਦਾਨ ਦੇ ਅਨੁਸਾਰ ਉਹ ਬ੍ਰਾਹਮਣ ਕੰਨਿਆ ਨੇ ਬੱਚੇ ਨੂੰ ਜਨਮ ਦਿੱਤਾ। ਜੋ ਉਸ ਬਾਲਕ ਦਾ ਜਨਮ ਹੋਇਆ ਤੇ ਉਸ ਬ੍ਰਾਹਮਣ ਕੰਨਿਆ ਨੇ ਚੋਰੀ ਉਸ ਬੱਚੇ ਨੂੰ ਤਲਾਅ ਤੇ ਰੱਖ ਗਈ ਤਾਂ ਕਿ ਉਸ ਦੀ ਬਦਨਾਮੀ ਨਾ ਹੋਵੇ, ਕਿਉਂਕਿ ਉਹਦਾ ਪਤੀ ਹੈ ਨਹੀਂ ਸੀ, ਵਿਧਵਾ ਸੀ, ਤੇ ਪੁੱਤਰ ਕਿਵੇਂ ਹੋ ਗਿਆ। ਇਹ ਇਤਿਹਾਸਕਾਰ ਦੱਸਦਾ ਹੈ ਕਿ ਇਹ ਦੋਵੇਂ ਕਹਾਣੀਆਂ ਮਨਘੜਤ ਹਨ। ਇਹਨਾਂ ਮਨੋਕਲਪਿਤ ਸਾਖੀਆਂ ਦੇ ਪ੍ਰਗਟ ਕਰਨ ਦਾ ਮੁੱਖ ਭਾਵ ਇਹੀ ਹੈ ਕਿ ਜੋ ਬ੍ਰਾਹਮਣ ਚਾਹੁੰਦਾ ਹੈ, ਉਹਦੇ ਕਹਿਣ ਦਾ ਭਾਵ ਇਹ ਹੈ ਕਿ ਬ੍ਰਾਹਮਣ ਕੁਲ ਤੋਂ ਬਿਨਾਂ ਹੋਰ ਕੋਈ ਕਿਸੇ ਜਾਤੀ ਵਿੱਚ ਭਗਤ ਨਹੀਂ ਹੋ ਸਕਦਾ। ਜੋ ਨਾਮ ਜਪਣ ਵਾਲੇ ਭਗਤ ਹਨ, ਗਿਆਨੀ ਹਨ, ਵਿਦਵਾਨ ਹਨ, ਉਹ ਸਿਰਫ ਬ੍ਰਾਹਮਣ ਕੁਲ ਦੇ ਵਿੱਚ ਹੀ ਪੈਦਾ ਹੁੰਦੇ ਹਨ। ਹੋਰ ਕਿਸੇ ਜਾਤੀ ਵਿੱਚ, ਛੋਟੀਆਂ ਜਾਤੀਆਂ ਵਿੱਚ ਉਹ ਪੈਦਾ ਨਹੀਂ ਹੋ ਸਕਦੇ। ਕਹਿੰਦੇ ਹਨ ਇਸ ਕਰਕੇ ਭਗਤ ਕਬੀਰ ਜੀ ਨੂੰ ਉਹ ਬ੍ਰਾਹਮਣੀ ਦੇ ਕੁੱਖੋਂ ਜਨਮ ਦਿਵਾ ਕੇ ਤਲਾਬ ਦੇ ਕਿਨਾਰੇ ਰੱਖਣਾ ਤੇ ਸਿਰਫ ਨੀਰੂ ਤੇ ਨੀਮਾ ਨੇ ਉਹਦੀ ਪਾਲਣਾ ਪੋਸ਼ਣਾ ਕੀਤੀ। ਭਾਵ ਕਿ ਜਨਮ ਉਸ ਦਾ ਬ੍ਰਾਹਮਣ ਘਰਾਣੇ ਵਿੱਚ ਹੀ ਹੋਇਆ। ਇਸ ਕਰਕੇ ਭਗਤ ਕਬੀਰ ਜੀ ਉਹ ਭਗਤ ਬਣੇ, ਭਗਤੀ ਵਾਲੇ ਬਣੇ। ਇਸ ਕਰਕੇ ਹੀ ਉਸ ਬ੍ਰਾਹਮਣ ਕੰਨਿਆ ਦੇ ਪੇਟੋਂ ਜਨਮ ਲੈ ਕੇ ਉਹ ਭਗਤ ਬਣੇ ਹਨ, ਨਾ ਕਿ ਛੋਟੀ ਜਾਤੀ ਜਨਮ ਵਿੱਚ ਜਨਮ ਲੈ ਕੇ। ਪਰ ਕਬੀਰ ਜੀ ਦੇ ਵੱਡੇ ਚੇਲੇ ਧਰਮਦਾਸ ਜੀ ਇਹਨਾਂ ਕਹਾਣੀਆਂ ਨੂੰ ਝੂਠਿਆਂ ਦੱਸਦਿਆਂ ਹੋਇਆਂ
ਭਗਤ ਕਬੀਰ ਜੀ ਦੇ ਵੱਡੇ ਚੇਲੇ ਧਰਮਦਾਸ ਜੀ ਵੀ ਇਹਨਾਂ ਕਹਾਣੀਆਂ ਨੂੰ ਝੂਠਿਆਂ ਸਾਬਤ ਕਰਦੇ ਹੋਏ ਕਬੀਰ ਕਸੌਟੀ ਵਿੱਚ ਲਿਖਦੇ ਹਨ, ਕਾਂਸੀ में प्रगटै दास कहाए नीरू के ग्रह आए। कांची में प्रगटे दास कहाए नीरू के ग्रह आए। रामानंद के छेछ भाव सागर पंथ चलाए। ਭਾਵ ਕਿ ਕਾਂਚੀ ਦੇ ਵਿੱਚ ਭਗਤ ਕਬੀਰ ਜੀ ਪ੍ਰਗਟ ਹੋਏ, ਪੈਦਾ ਹੋਏ, ਉਹਨਾਂ ਨੇ ਜਨਮ ਧਾਰਿਆ, ਅਵਤਾਰ ਧਾਰਿਆ। ਉਹ ਪਰਮੇਸ਼ਵਰ ਦੇ ਦਾਸ ਕਹਾਉਂਦੇ, ਰਾਮਾਨੰਦ ਦੇ ਚੇਲੇ ਕਹਾਉਂਦੇ ਤੇ ਨੀਰੂ ਦੇ ਗ੍ਰਹਿ ਉਹਨਾਂ ਨੇ ਜਨਮ ਲਿਆ। ਭਗਤ ਕਬੀਰ ਜੀ ਵੀ ਆਪਣੀ ਬਾਣੀ ਵਿੱਚ ਆਪ ਲਿਖਦੇ ਹਨ, ਆਪਣੀ ਜਾਤ ਬਾਰੇ ਉਹ ਵੀ ਖੁਲਾਸਾ ਕਰਦੇ ਹਨ, ਦੱਸਦੇ ਹਨ, ਕਬੀਰ ਜਾਤ ਜੁਲਾਹਾ ਕਿਆ ਕਰੇ, ਹਿਰਦੈ ਬਸੇ ਗੋਪਾਲ, ਕਬੀਰ ਰਮਈਆ ਕੰਠ ਮਿਲ, ਚੁੱਕਾ ਹੈ ਸਰਬ ਜੰਜਾਲ। ਕਬੀਰ ਜੀ ਖੁਦ ਦੱਸਦੇ ਹਨ ਕਿ ਅਸੀਂ ਜਾਤ ਜੁਲਾਹਾ ਦੇ ਘਰ ਵਿੱਚ ਜਨਮ ਧਾਰਿਆ ਹੈ, ਮੇਰੀ ਜਾਤ ਜੁਲਾਹਾ ਹੈ। ਕਬੀਰ ਜਾਤ ਜੁਲਾਹਾ ਕਿਆ ਕਰੇ, ਹਿਰਦੈ ਬਸੇ ਗੋਪਾਲ, ਕਬੀਰ ਰਮਈਆ ਕੰਠ ਮਿਲ, ਚੁੱਕ ਹੈ ਸਰਬ ਜੰਜਾਲ। ਕਬੀਰ ਜੀ ਅੱਗੇ ਹੋਰ ਦੱਸਦੇ ਹਨ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜਿਹ ਜਪਿਓ ਸਰਜਨਹਾਰ। ਕਹਿੰਦੇ ਅਸੀਂ ਬਲਿਹਾਰ ਜਾਂਦੇ ਹਾਂ ਇਸ ਜਾਤੀ ਤੋਂ, ਜਲਾਹਾ ਜਾਤੀ ਤੋਂ, ਛੋਟੀ ਜਾਤੀ ਤੋਂ, ਜਿਸ ਦੇ ਵਿੱਚ ਰਹਿੰਦਿਆਂ ਹੋਇਆ ਵੀ ਅਸੀਂ ਉਸ ਪਰਮੇਸ਼ਵਰ ਨੂੰ, ਪਰਵਤਗਾਰ ਨੂੰ ਜਪਿਆ ਹੈ, ਅਸੀਂ ਉਸ ਦਾ ਸਿਮਰਨ ਕੀਤਾ ਹੈ। ਸੋ ਪਿਆਰੋ, ਇਹ ਸੀ ਜੋ ਕਲਪਤ ਕਹਾਣੀਆਂ ਬਾਰੇ ਵਿਚਾਰ। ਔਰ ਦੱਸਦੇ ਹਨ ਕਿ ਭਗਤ ਕਬੀਰ ਜੀ ਦਾ ਜਨਮ, ਉਹਨਾਂ ਦਾ ਅਵਤਾਰ ਸੰਮਤ 1455 ਬਿਕਰਮੀ ਸਨ 1398 ਨੂੰ ਪੂਰਨਮਾਸ਼ੀ ਦਿਹਾੜੇ ਕਾਂਚੀ ਬਨਾਰਸ ਸ਼ਹਿਰ ਦੇ ਵਸਨੀਕ ਜਲਾਹੇ ਨੀਰੂ ਦੇ ਘਰ ਭਗਤ ਕਬੀਰ ਜੀ ਨੇ ਜਨਮ ਲਿਆ। ਇਹਨਾਂ ਦੀ ਮਾਤਾ ਦਾ ਨਾਮ ਨੀਮਾ ਸੀ। ਨੀਰੂ ਤੇ ਨੀਮਾ ਦੇ ਸੰਜੋਗ ਜੁੜਨ, ਵਿਆਹ ਦੇ ਚੋਖੇ ਭਾਵ ਕੇ ਬਹੁਤ ਸਾਲਾਂ ਮਗਰੋਂ ਉਹਨਾਂ ਦੇ ਘਰ ਬਾਲਕ ਨੇ ਜਨਮ ਲਿਆ ਸੀ। ਉਹ ਬਾਲਕ ਖਿਡਾਉਣ ਵਾਸਤੇ, ਬਾਲਕ ਨੂੰ ਖੇਡਣਾ ਵੇਖਣ ਵਾਸਤੇ, ਚੁੱਕਣ ਵਾਸਤੇ ਬਹੁਤ ਉਹਨਾਂ ਨੇ ਪ੍ਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਸਨ, ਕਿਉਂਕਿ ਉਹਨਾਂ ਦੇ ਜੋ ਹਾਣ ਦੇ ਵਿਆਹੇ ਸਨ, ਉਹਨਾਂ ਘਰਾਂ ਵਿੱਚ ਬਾਲ ਖੇਡਦੇ ਸਨ। ਲੰਮੇ ਸਮੇਂ ਪਿੱਛੋਂ ਬਾਲਕ ਦਾ ਮੂੰਹ ਵੇਖਿਆ, ਉਹਨਾਂ ਦੇ ਆਨੰਦ ਦੀ ਕੋਈ ਹੱਦ ਨਾ ਰਹੀ। ਦੋਹਾਂ ਦੀ ਆਤਮਾ ਨੱਚ ਉੱਠੀ। ਨੀਮਾ ਤਾਂ ਬਾਲਕ ਨੂੰ ਗੋਦ ਵਿੱਚ ਲੈ ਕੇ ਮੰਜੇ ਉੱਤੇ ਬੈਠੀ ਰਹਿੰਦੀ, ਪਰ ਨੀਰੂ ਖੁਸ਼ੀਆਂ ਮਨਾ ਰਿਹਾ ਸੀ। ਦਿਨੇ ਮਿਹਨਤ ਕਰਕੇ ਕਮਾਈ ਪੂੰਜੀ ਨੂੰ ਦਾਨ ਦੇ ਵਿੱਚ ਖਰਚ ਕਰਨ ਲੱਗਾ, ਭਾਵ ਕਿ ਆਪਣੇ ਪੁੱਤਰ ਦੀ ਖੁਸ਼ੀ ਦੇ ਵਿੱਚ ਉਹ ਖਰਚ ਕਰਨ ਲੱਗਾ, ਵਧਾਈਆਂ ਦੇਣ ਲੱਗਾ। ਜੇ ਕੋਈ ਵਧਾਈ ਦੇਣ ਵਾਸਤੇ ਆਉਂਦਾ ਤਾਂ ਉਸ ਨੂੰ ਖਾਲੀ ਹੱਥ ਨਾ ਮੋੜ ਦੇ। ਇਸ ਤਰ੍ਹਾਂ ਕਰਕੇ ਜਦੋਂ ਪਿਤਾ ਨੀਰੂ ਤੇ ਮਾਤਾ ਨੀਮਾ ਜੀ ਭਗਤ ਜੀ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ, ਕਹਿੰਦੇ ਹਨ ਕਿ ਕੁਝ ਸਮਾਂ ਬੀਤਿਆ ਔਰ ਉਧਰ ਭਗਤ ਜੀ ਬਾਲਕ ਰੂਪ ਹੁਸ਼ਿਆਰ ਹੋਣ ਲੱਗੇ, ਭਾਵ ਕਿ ਹੌਲੀ ਹੌਲੀ ਵੱਡੇ ਹੋਣ ਲੱਗੇ। ਸੁੰਦਰ ਬਾਲਕ ਨੀਮਾ ਦੀ ਗੋਦੀ ਖੇਡਣ ਲੱਗੇ ਔਰ ਕਹਿੰਦੇ ਹਨ ਕਿ ਭਗਤ ਜੀ ਬਚਪਨ ਦੇ ਵਿੱਚ ਬਹੁਤ ਘੱਟ ਰੋਂਦੇ ਸਨ, ਸਦਾ ਮੁਸਕਰਾਉਂਦੇ ਰਹਿੰਦੇ ਸਨ। ਔਰ ਮਾਤਾ ਪਿਤਾ ਉਸ ਦਾ ਨਾਮ ਜੋ ਕਬੀਰ ਰੱਖਿਆ, ਕਬੀਰ ਦਾ ਭਾਵ ਹੈ ਕਿ ਬਹੁਤ ਵੱਡਾ, ਕਿਉਂਕਿ ਸਿਆਣੇ ਵਾਂਗ ਬਾਲਕ ਕਬੀਰ ਜੀ ਮੁਸਕਰਾਉਂਦੇ ਰਹਿੰਦੇ ਸਨ। ਇਸ ਵਾਸਤੇ ਲਾਡ ਨਾਲ ਉਸ ਦਾ ਨਾਮ ਕਬੀਰ ਰੱਖਿਆ ਸੀ। ਕਹਿੰਦੇ ਹਨ ਹੌਲੀ ਹੌਲੀ ਸਮੇਂ ਦੇ ਨਾਲ ਕਬੀਰ ਜੀ
ਰਹਿਣ ਤੋਂ ਤੁਰਨ ਲੱਗਾ। ਤੁਰਨ ਦੇ ਥੋੜ੍ਹੇ ਦਿਨ ਪਿੱਛੋਂ ਤੋਤਲੀ ਜ਼ਬਾਨ ਵਿੱਚ ਬਚਨ ਬੋਲਣ ਲੱਗਾ। ਇੱਕ ਸੁੰਦਰ ਤੇ ਮਨਮੋਹਣਾ ਬਾਲ, ਦੂਸਰਾ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ, ਬਹੁਤ ਸਿਆਣੀਆਂ ਗੱਲਾਂ ਕਰਦਾ। ਦੇਖਣ ਸੁਣਨ ਵਾਲੇ ਮੱਲੋ ਮੱਲੀ ਭਗਤ ਜੀ ਨੂੰ ਆਪਣੀ ਗੋਦ ਵਿੱਚ ਚੁੱਕ ਲੈਂਦੇ। ਜਿਨ੍ਹਾਂ ਨੇ ਕਦੇ ਨਿੱਕੇ ਬਾਲਕ ਨੂੰ ਕਦੇ ਚੁੱਕਿਆ ਨਹੀਂ ਸੀ, ਬੁਲਾਇਆ ਨਹੀਂ ਸੀ, ਪਤਾ ਨਹੀਂ ਸੀ ਲੱਗਦਾ ਕਿ ਨਿੱਕੇ ਬਾਲਕ ਨਾਲ ਕਿਵੇਂ ਗੱਲਾਂ ਕਰੀਏ। ਅੱਜ ਵੀ ਬਹੁਤਿਆਂ ਨੂੰ ਨਿੱਕੇ ਛੋਟੇ ਜਿਹੇ ਬਾਲਕ ਨਾਲ ਜੋ ਬੋਲਣਾ ਨਹੀਂ ਜਾਣਦਾ, ਉਹਦੇ ਨਾਲ ਗੱਲਾਂ ਕਰਨ ਦਾ ਭੇਦ ਹੀ ਨਹੀਂ ਆਉਂਦਾ ਕਿ ਇਹਦੇ ਨਾਲ ਕਿਵੇਂ ਗੱਲਾਂ ਕਰੀਏ। ਗੱਲਾਂ ਕਰਨ ਨੂੰ ਜੀ ਕਰਦਾ ਹੈ। ਔਰ ਉਹਨਾਂ ਨੇ ਵੀ ਬਾਲਕ ਕਬੀਰ ਜੀ ਨੂੰ ਚੁੱਕ ਲੈਣਾ ਤੇ ਆਪ ਮੁਹਾਰੇ ਉਸ ਦੇ ਨਾਲ ਗੱਲਾਂ ਕਰਨੀਆਂ। ਬਾਲਕਾਂ ਨਾਲ ਖੇਡਣ ਜਾਣਾ, ਕੋਈ ਐਸੀ ਹਰਕਤ ਨਾ ਕਰਨੀ ਜਿਸ ਨਾਲ ਕਿਸੇ ਬੱਚੇ ਦਾ ਦਿਲ ਦੁਖੇ। ਹਾਣੀਆਂ ਨੂੰ ਇਕੱਠੇ ਕਰਕੇ ਬਿਠਾ ਲੈਣਾ। ਬਨਾਰਸ ਦੇ ਪੰਡਤ ਚੇਲਿਆਂ ਨੂੰ ਚੌਗਿਰਦ ਬਿਠਾ ਕੇ ਪੜ੍ਹਾਉਂਦੇ ਜਿਵੇਂ, ਉਸੇ ਤਰ੍ਹਾਂ ਹੀ ਭਗਤ ਕਬੀਰ ਜੀ ਸਾਥੀਆਂ ਨੂੰ ਆਸ-ਪਾਸ ਬਿਠਾ ਕੇ ਰਾਮ ਨਾਮ ਭਗਤੀ ਦਾ ਉਪਦੇਸ਼ ਕਰਦੇ, ਆਪ ਰਾਮ ਰਾਮ ਜਪਦੇ ਤੇ ਉਹਨਾਂ ਕੋਲੋਂ ਜਪਾਉਂਦੇ। ਕੁਦਰਤੀ ਵਿਰਾਗ ਹੋ ਗਿਆ। ਵਿਰਾਗ ਦੇ ਆਉਣ ਨਾਲ ਪ੍ਰਭੂ ਦਾ ਅਨੁਰਾਗ ਹੋ ਜਾਂਦਾ ਹੈ। ਜਦੋਂ ਅਨੁਰਾਗ ਹੋ ਜਾਂਦਾ ਹੈ ਤਾਂ ਪ੍ਰਮਾਤਮਾ ਤੇ ਭਗਤ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਇਸੇ ਤਰ੍ਹਾਂ ਹੀ ਕਬੀਰ ਨੇ ਮੁਸਲਮਾਨ ਜੁਲਾਹੇ ਦੇ ਘਰ ਜਨਮ ਲਿਆ। ਮੁਸਲਮਾਨ ਮਹੱਲੇ ਵਿੱਚ ਉਸ ਦਾ ਘਰ ਸੀ। ਨੀਰੂ ਜੀ ਦਾ ਸਵੇਰੇ ਸ਼ਾਮ ਉਸ ਦੇ ਚੌਗਿਰਦੇ ਮੁਸਲਮਾਨ ਹੀ ਰਹਿੰਦੇ ਸਨ। ਪਰ ਕਬੀਰ ਬਚਪਨ ਤੋਂ ਹੀ ਨਿਰਾਲਾ ਬੱਚਾ ਸੀ। ਉਹ ਹਿੰਦੂ ਸੱਭਿਅਤਾ ਵੱਲ ਝੁਕਿਆ ਹੋਇਆ ਸੀ। ਬਨਾਰਸ ਭਾਵ ਕਿ ਕਾਂਸ਼ੀ ਵਿੱਚ ਥਾਂ ਥਾਂ ਮੰਦਰ ਬਣੇ ਹੋਏ ਸਨ। ਮੁਸਲਮਾਨਾਂ ਦੇ ਰਾਜ ਵੇਲੇ ਵੀ ਮੰਦਰਾਂ ਦੀ ਕਮੀ ਨਹੀਂ ਸੀ, ਕਿਉਂਕਿ ਬਨਾਰਸ ਵਿੱਚ ਸਦਾ ਹਿੰਦੂ ਬਹੁ ਗਿਣਤੀ ਰਹੀ ਹੈ। ਕਬੀਰ ਘਰੋਂ ਨੱਸ ਜਾਂਦਾ, ਭੱਜ ਜਾਂਦਾ, ਨੱਸਦਾ ਹੋਇਆ ਕਿਸੇ ਨਾ ਕਿਸੇ ਮੰਦਰ ਦੇ ਲਾਗੇ ਜਾ ਕੇ ਬੈਠ ਜਾਂਦਾ ਤੇ ਪੂਜਾ ਹੁੰਦੀ ਵੇਖਦਾ, ਭਜਨ ਹੁੰਦੇ ਵੇਖਦਾ, ਵੇਦ ਮੰਤਰ ਪੜ੍ਹਦਿਆਂ ਨੂੰ ਸੁਣਦਾ। ਮਾਸੂਮ ਬੱਚਾ ਹੋਣ ਕਰਕੇ ਕੋਈ ਵੀ ਉਸ ਨੂੰ ਰੋਕਦਾ ਟੋਕਦਾ ਨਹੀਂ ਸੀ। ਕਈ ਵਾਰ ਮੰਦਰ ਦੇ ਅੰਦਰ ਵੀ ਚਲਾ ਜਾਂਦਾ। ਦੇਵੀ ਜਾਂ ਦੇਵਤੇ ਦੇ ਸਾਹਮਣੇ ਖੜ ਕੇ ਹੱਥ ਜੋੜ ਕੇ, ਜੋ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਸਨ, ਉਹਨਾਂ ਦੇ ਸਾਹਮਣੇ ਖਲੋ ਕੇ ਹੱਥ ਜੋੜ ਕੇ ਅਰਦਾਸ ਕਰਦਾ। ਭਾਵੇਂ ਦੇਵਤਾ ਅੱਗੇ ਵਡਿਆਈ ਤੇ ਅਰਦਾਸ ਕਰਨ ਦੇ ਸ਼ਬਦ ਜ਼ਬਾਨੋਂ ਬੋਲਣੇ ਨਹੀਂ ਸਨ ਆਉਂਦੇ, ਪਰ ਹਿਰਦਾ ਅਰਦਾਸ ਜ਼ਰੂਰੀ ਕਰਦਾ ਸੀ, ਕਿਉਂਕਿ ਕਬੀਰ ਜਨਮ ਤੋਂ ਹੀ ਬ੍ਰਹਮ ਗਿਆਨੀ ਸੀ। ਉਸ ਨੂੰ ਅਨੁਭਵੀ ਪ੍ਰਕਾਸ਼ ਬਹੁਤ ਸੀ। ਜਿਵੇਂ ਦੱਸਦੇ ਹਨ ਕਿ ਸੂਲਾਂ ਦੇ ਜੰਮਦਿਆਂ ਦੇ ਹੀ ਮੂੰਹ ਤਿੱਖੇ ਹੁੰਦੇ ਹਨ, ਇਸੇ ਤਰ੍ਹਾਂ ਜਿਹੜੇ ਪ੍ਰਮਾਤਮਾ ਦੇ ਪਿਆਰੇ ਹੁੰਦੇ ਹਨ, ਉਹਨਾਂ ਨੂੰ ਬਚਪਨ ਤੋਂ ਹੀ ਉਹ ਅਨੁਭਵ ਹੁੰਦੀ ਹੈ। ਕਿਤਿਓਂ ਦੇਵਨਾਗਰੀ ਅੱਖਰ ਗਿਆਨ ਹਾਸਲ ਕੀਤਾ, ਉਸ ਰਾਹੀਂ ਭਾਸ਼ਾ ਦੇ ਅੱਖਰ ਸਿੱਖੇ। ਇੱਕ ਬਾਲ ਉਪਦੇਸ਼, ਜਿਸ ਨੂੰ ਆਪਾਂ ਕਾਇਦਾ ਕਹਿੰਦੇ ਹਨ, ਉਹ ਪੜ੍ਹਿਆ। ਬਾਲ ਉਪਦੇਸ਼ ਦੇ ਪੜ੍ਹਨ ਪਿੱਛੋਂ ਭਾਸ਼ਾ ਵਿੱਚ ਜਿੱਥੇ ਕੁਝ ਲਿਖਿਆ ਹੁੰਦਾ ਉਸ ਨੂੰ ਉਠਾ ਲੈਂਦਾ, ਭਾਵ ਕਿ ਉਸ ਨੂੰ ਸਮਝ ਲੈਂਦਾ। ਉਸ ਸਮੇਂ ਮਜ਼ਹਬ ਦਾ ਤਵੱਸਬ ਬਹੁਤ ਸੀ। ਮੁਸਲਮਾਨਾਂ ਦੇ ਲੜਕੇ ਮਸੀਤਾਂ ਵਿੱਚ ਪੜ੍ਹਦੇ ਸਨ। ਹਿੰਦੂ ਲੜਕਿਆਂ ਵਾਸਤੇ ਠਾਕਰ ਦੁਆਰਿਆਂ, ਧਰਮਸ਼ਾਲਾ ਤੇ ਪਿੰਡਾਂ ਦੇ ਪੰਡਿਆਂ ਦੇ ਘਰ ਵਿੱਚ ਵਿੱਦਿਆ ਪੜ੍ਹਨ ਦਾ ਪ੍ਰਬੰਧ ਸੀ। ਹਿੰਦੂਆਂ ਵਿੱਚੋਂ ਵੀ ਧਿਆਨ ਨਾਲ ਸਿਰਫ ਬ੍ਰਾਹਮਣਾਂ ਦੇ ਲੜਕਿਆਂ ਨੂੰ ਹੀ ਉੱਚੀ ਵਿੱਦਿਆ ਪੜ੍ਹਾਈ ਜਾਂਦੀ ਸੀ, ਹੋਰਨਾਂ ਨੂੰ ਨਹੀਂ ਸੀ ਪੜ੍ਹਾਈ ਜਾਂਦੀ। ਹੋਰਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਸੀ। ਜਿਹੜੇ ਬ੍ਰਾਹਮਣ ਲੜਕੇ ਹੁੰਦੇ ਸਨ, ਬ੍ਰਾਹਮਣਾਂ ਦੇ ਘਰ ਵਿੱਚ ਪੈਦਾ ਹੋਏ, ਸਿਰਫ ਉਹਨਾਂ ਨੂੰ ਹੀ ਧਿਆਨ ਦੇ ਨਾਲ ਉੱਚੀ ਵਿੱਦਿਆ ਪੜ੍ਹਾਈ ਜਾਂਦੀ ਸੀ। ਕਬੀਰ ਮੁਸਲਮਾਨ ਸੀ, ਪਰ ਉਹ ਮੌਲਵੀਆਂ ਕੋਲੋਂ ਪੜ੍ਹਨਾ ਨਹੀਂ ਚਾਹੁੰਦਾ ਸੀ ਅਤੇ ਪੰਡਤ ਉਸ ਨੂੰ ਪੜ੍ਹਾ ਨਹੀਂ ਸਨ ਸਕਦੇ।
ਇਸ ਵਾਸਤੇ ਤੀਬਰ ਇੱਛਾ ਦੇ ਹੁੰਦਿਆਂ ਹੋਇਆ ਵੀ ਕਬੀਰ ਜੀ ਅੱਖਰਾਂ ਰਾਹੀਂ ਬਚਪਨ ਵਿੱਚ ਉੱਚੀ ਵਿਦਿਆ ਨਾ ਪੜ੍ਹ ਸਕੇ। ਫਿਰ ਵੀ ਅਨਪੜ੍ਹ ਬਾਲਕ ਭਗਤੀ ਭਾਵ ਦੋਹਰੇ ਸੋਰਠੇ ਕਵਿਤ ਆਦਿਕ ਛੰਦਾਂ ਰਾਹੀਂ ਭਜਨ ਰਚ ਕੇ ਗਾਇਆ ਕਰਦੇ ਸਨ। ਗਲਾ ਰਸੀਲਾ ਸੀ, ਆਵਾਜ਼ ਬਹੁਤ ਸੋਹਣੀ ਸੀ, ਸੂਰਤ ਮਨਮੋਹਣੀ ਤੇ ਭੋਲੀ ਸੀ। ਜਦੋਂ ਪ੍ਰਭੂ ਦੇ ਗੁਣ ਗਾਉਂਦੇ ਹੁੰਦੇ ਸਨ ਤਾਂ ਲੋਕ ਉਹਨਾਂ ਦੇ ਦੁਆਲੇ ਆ ਕੇ ਇਕੱਠੇ ਹੋ ਜਾਂਦੇ ਸਨ। ਪ੍ਰੇਮ ਨਾਲ ਜਦੋਂ ਸੁਣਦੇ ਭਗਤ ਕਬੀਰ ਜੀ ਤੋਂ ਛੰਦਾਬੰਦੀ ਉਹ ਤੁਕਾਂ ਸੁਣਦੇ, ਪ੍ਰਭੂ ਦੀ ਵਡਿਆਈ ਸੁਣਦੇ, ਜਿੰਨਾ ਚਿਰ ਗਾਉਂਦੇ ਰਹਿੰਦੇ ਬੈਠੇ ਰਹਿੰਦੇ, ਔਰ ਜੇ ਉਹ ਗਾਉਣੋਂ ਹਟ ਜਾਂਦੇ ਤਾਂ ਲੋਕ ਬਹੁਤ ਹੀ ਬਹਿਬਲਤਾ ਨਾਲ ਆਖਦੇ ਕਿ ਹੇ ਕਬੀਰਾ, ਇੱਕ ਭਜਨ ਹੋਰ ਸੁਣਾ ਦੇ, ਬਹੁਤ ਸੋਹਣਾ ਗਾਉਂਦੇ ਹੋ ਤੁਸੀਂ। ਜੋ ਬਜ਼ੁਰਗ ਵੱਡੇ ਸਨ ਕਹਿਣਾ, ਬੇਟਾ ਸਿਰਫ ਇੱਕ ਗਾਉਣ ਹੋਰ ਸੁਣਾ ਦੇ, ਭਾਵ ਕਿ ਇੱਕ ਸ਼ਬਦ ਹੋਰ ਸੁਣਾ ਦੇ। ਕੋਈ ਗਾਉਣ ਕਹਿੰਦੇ ਸਨ, ਕੋਈ ਸ਼ਬਦ ਕਹਿੰਦੇ ਸਨ, ਕੋਈ ਭਜਨ ਕਹਿੰਦੇ ਸਨ। ਪ੍ਰਭੂ ਦੇ ਦੀਵਾਨੇ ਪ੍ਰਭੂ ਦੇ ਗੁਣ ਗਾਉਂਦੇ ਥੱਕਦੇ ਨਹੀਂ ਸਨ। ਉਹਨਾਂ ਨੇ ਹੋਰ ਅੱਗੇ ਸੁਣਾਉਣਾ ਸ਼ੁਰੂ ਕਰ ਦੇਣਾ। ਇਸੇ ਤਰ੍ਹਾਂ ਹੀ ਪਿਤਾ ਨੀਰੂ ਮਾਤਾ ਨੀਮਾ ਦੀ ਖੁਸ਼ੀ ਦਾ ਪਿਆਲਾ ਨੱਕ ਨੱਕ ਭਰਿਆ ਰਹਿੰਦਾ। ਜਦੋਂ ਉਹ ਦੂਜਿਆਂ ਕੋਲੋਂ ਆਪਣੇ ਪੁੱਤਰ ਦੀ ਵਡਿਆਈ ਸੁਣਦੇ ਤਾਂ ਹੋਰ ਵੀ ਖੁਸ਼ੀ ਨਾਲ ਭਰ ਜਾਂਦੀ। ਜਦੋਂ ਉਹ ਲੋਕਾਂ ਦੀ ਜ਼ੁਬਾਨੋਂ ਆਪਣੇ ਪੁੱਤਰ ਦੇ ਗੁਣਾਂ ਦੀ ਸ਼ੋਭਾ ਸੁਣਦੇ ਤਾਂ ਕਿਸੇ ਅਗੰਮੀ ਅਣਜਾਚੇ ਆਨੰਦ ਨਾਲ ਮਸਤ ਹੋ ਜਾਂਦੇ। ਉਹਨਾਂ ਦੇ ਘਰ ਵਿੱਚ ਚਾਨਣ ਸੀ, ਆਤਮਾ ਵਿੱਚ ਰੋਸ਼ਨੀ ਸੀ, ਅੱਖਾਂ ਵਿੱਚ ਸਰੂਰ ਸੀ। ਨੀਰੂ ਨੀਮਾ ਖਾਨਦਾਨੀ ਧੰਦਾ ਭਾਵ ਕਿ ਉਹਨਾਂ ਨੇ ਕੱਪੜਾ ਬੁਣਨਾ ਐਸਾ ਧੰਦਾ ਕਰਦੇ ਸਨ। ਤਾਣਾ ਤਣਨਾ, ਨੜੇ ਵੱਟਣ ਤੇ ਕੱਪੜਾ ਬੁਣਨ ਵੇਲੇ ਕਬੀਰ ਜੀ ਨੂੰ ਕੋਲ ਰੱਖਦੇ ਸਨ ਜੋ ਕਿ ਉਹ ਇਹ ਕੰਮ ਸਿੱਖ ਲਵੇ, ਕਿਉਂਕਿ ਉਹਨਾਂ ਦਾ ਕਿੱਤਾ ਸੀ ਕਿ ਇਹ ਵੀ ਕਿੱਤਾ ਸਿੱਖ ਲਵੇ। ਬਚਪਨ ਵਿੱਚ ਹੀ ਕਬੀਰ ਜੀ ਉਸ ਸਾਰੇ ਧੰਦੇ ਨੂੰ ਸਿੱਖਦਾ ਰਹਿੰਦੇ, ਮੱਤ ਧਾਰਨ ਕਰਦੇ ਰਹਿੰਦੇ ਕਿ ਘਰ ਦੇ ਕੰਮ ਅਸੀਂ ਕਿਵੇਂ ਕਰਨੇ ਹਨ। ਕਈ ਵਾਰ ਨਿੱਕੇ ਨਿੱਕੇ ਹੱਥਾਂ ਨਾਲ ਕੰਮ ਕਰਨੇ ਤੇ ਨਾਲ ਨਾਲ ਉਹਨਾਂ ਨੇ ਭਜਨ ਗਾਉਣਾ, ਪ੍ਰਭੂ ਦੀ ਉਸਤਤ ਵਡਿਆਈ ਗਾਉਂਦੇ ਰਹਿਣਾ ਤੇ ਤਾਣਾ ਤਣਦੇ ਰਹਿਣਾ। ਬਾਕੀ ਦੇ ਜੁਲਾਹੇ ਕਬੀਰ ਨੂੰ ਤਾਣਾ ਤਣਦਾ ਦੇਖ ਕੇ ਮਾਤਾ ਨੀਮਾ ਨੂੰ ਵਧਾਈਆਂ ਦਿੰਦੇ ਕਿ ਹੇ ਨੀਮਾ, ਤੇਰਾ ਪੁੱਤਰ ਬਹੁਤ ਸਿਆਣਾ ਹੋਵੇਗਾ, ਤੁਹਾਨੂੰ ਸੁੱਖ ਦੇਵੇਗਾ, ਕਮਾਈ ਕਰਕੇ ਖਵਾਏਗਾ, ਕਿਉਂਕਿ ਛੋਟਿਆਂ ਹੁੰਦਿਆਂ ਹੀ ਤੁਹਾਡੇ ਨਾਲ ਕੰਮ ਕਰਾਉਂਦਾ ਹੈ, ਤੁਹਾਡੇ ਕੰਮ ਵਿੱਚ ਹੱਥ ਵਟਾਉਂਦਾ ਹੈ। ਖੁਦਾ ਨੇ ਤੇਰੇ ਉੱਤੇ ਬਹੁਤ ਮਿਹਰ ਕੀਤੀ ਹੈ ਕਿ ਕਬੀਰ ਵਰਗਾ ਪੁੱਤਰ ਤੁਹਾਡੇ ਘਰੇ ਆਇਆ ਹੈ। ਇਸ ਨੂੰ ਖੂਬ ਖਵਾਇਆ ਕਰੋ, ਇਹ ਛੇਤੀ ਤਕੜਾ ਹੋਵੇਗਾ ਤੇ ਤੁਹਾਡੇ ਕੰਮ ਵਿੱਚ ਛੇਤੀ ਹੀ ਹੱਥ ਵਟਾਇਆ ਕਰੇਗਾ। ਇਸ ਤਰ੍ਹਾਂ ਕਰਕੇ ਇਹ ਲੋਕਾਂ ਦਾ ਕਹਿਣਾ ਸੀ ਕਿ ਉਧਰ ਮਾਤਾ ਜੀ, ਮਾਤਾ ਨੀਮਾ ਜੀ ਤੇ ਪਿਤਾ ਨੀਰੂ ਜੀ ਆਪਣੇ ਪੁੱਤਰ ਦੀ ਵਡਿਆਈ ਸੁਣ ਕੇ ਬਹੁਤ ਖੁਸ਼ ਹੁੰਦੇ ਸਨ। ਸੋ ਪਿਆਰੋ, ਇਹ ਸੀ ਸਤ ਜੋ ਭਗਤ ਕਬੀਰ ਜੀ, ਬਾਬਾ ਕਬੀਰ ਜੀ, ਜੋ ਉਹਨਾਂ ਦੇ ਆਪਾਂ ਜਨਮ ਸੰਬੰਧ ਵਿੱਚ ਕੁਝ ਵਿਚਾਰਾਂ ਕੀਤੀਆਂ ਉਹਨਾਂ ਦੀ ਜੀਵਨ ਸਾਖੀ ਵਿੱਚੋਂ। ਸੋ ਇਸ ਤੋਂ ਅੱਗੇ ਸਤਿਗੁਰੂ ਕਿਰਪਾ ਕਰਨ ਆਪਾਂ ਫੇਰ ਵਿਚਾਰ ਕਰਾਂਗੇ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ, ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣਯੋਗ ਹੁੰਦੀ ਬਖਸ਼ ਲੈਣਾ ਜੀ। ਅੱਗੇ ਵਾਸਤੇ ਸਤਿਗੁਰੂ ਸਮੱਤ ਬਖਸ਼ਣ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।